ਰਿਸਪੈਕਟਡ ਆਲ ਟੀਚਰਸ, ਹੈਡਸ ਐਂਡ ਪ੍ਰਿੰਸੀਪਲ। ਸਭ ਤੋਂ ਪਹਿਲਾਂ ਤਾਂ ਅਸੀਂ ਮਾफ़ੀ ਚਾਹੁੰਦੇ ਹਾਂ ਕਿ ਤੁਹਾਨੂੰ ਜਿਹੜੀ ਦਸੰਬਰ ਟੈਸਟ ਦੇ ਮਾਰਕਸ ਐਂਟਰੀ ਵਿੱਚ ਇਹ ਪ੍ਰੋਬਲਮ ਆ ਰਹੀ ਹੈ। ਥੋੜ੍ਹਾ ਜਿਹਾ ਟੈਕਨੀਕਲ ਇਹਦੇ ਵਿੱਚ ਪ੍ਰੋਬਲਮ ਆ ਗਈ ਸੀ, ਜਿਹਦੇ ਕਰਕੇ ਸਾਨੂੰ ਸ਼ੀਟ ਨੂੰ ਦੁਬਾਰਾ ਬਦਲਣਾ ਪਿਆ। ਮੈਂ ਨੀਰਜ ਕੰਵਰ BM ਸਾਇੰਸ ਤੁਹਾਡੇ ਨਾਲ ਅੱਜ ਇੱਕ ਛੋਟੀ ਜਿਹੀ ਵੀਡੀਓ ਸ਼ੇਅਰ ਕਰਾਂਗੇ, ਜਿਹਦੇ ਵਿੱਚ ਅਸੀਂ ਇਹ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਨਾਲ ਅਸੀਂ ਜਿਹੜੀ ਅਸੀਂ ਦਸੰਬਰ ਟੈਸਟ ਦੀ ਮਾਰਕਸ ਐਂਟਰੀ ਹੈ ਆਪਣੀ ਐਕਸਲ ਸ਼ੀਟਾਂ ਦੇ ਵਿੱਚ ਕਰਨੀ ਹੈ, ਜਿਹੜੀ ਤੁਹਾਨੂੰ ਹੁਣੇ ਹੀ ਰੀਸੈਂਟਲੀ ਆਪਣਾ ਗਰੁੱਪਾਂ ਦੇ ਵਿੱਚ ਆਪਾਂ ਸੈਂਡ ਕੀਤੀ ਹੈ। ਅਤੇ ਇਹਦੇ ਰਿਗਾਰਡਿੰਗ 2-3 ਗੱਲਾਂ ਬੜੀ ਜ਼ਰੂਰੀ ਹੈ, ਜਿਹੜੀ ਸਭ ਤੋਂ ਪਹਿਲੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਪਹਿਲੀ ਗੱਲ ਤਾਂ ਇਹ ਕਿ ਇਹ ਜਿਹੜੀ ਸ਼ੀਟ ਤੁਹਾਨੂੰ ਹੁਣ ਅਸੀਂ ਐਕਸਲ ਸ਼ੇਅਰ ਕੀਤੀ ਹੈ, ਇਹ ਆਟੋਮੈਟਿਕ ਅਪਡੇਟ ਨਹੀਂ ਹੈ। ਜਿੱਦਾਂ ਫੋਰ ਐਗਜ਼ਾਮਪਲ ਪਹਿਲੇ ਤੁਸੀਂ ਜਿਹੜੇ ਤੁਹਾਨੂੰ ਗੂਗਲ ਸ਼ੀਟ ਭੇਜੀ ਸੀ ਅਸੀਂ 9 ਦਸੰਬਰ ਦੀ, ਉਹਦੇ ਵਿੱਚ ਤੁਸੀਂ ਨੰਬਰ ਭਰਦੇ ਸੀ, ਉਹ ਆਟੋਮੈਟਿਕਲੀ ਸੇਵ ਹੋ ਜਾਂਦੀ ਸੀ। ਇਹ ਸ਼ੀਟ ਆਟੋਮੈਟਿਕ ਸੇਵ ਨਹੀਂ ਹੈ, ਸਿੰਪਲ ਇੱਕ ਐਕਸਲ ਸ਼ੀਟ ਹੈ, ਜਿਹਨੂੰ ਤੁਸੀਂ ਭਰ ਕੇ ਆਪਣੇ ਸਕੂਲ ਦੇ ਜਿਹੜੇ ਅਲੋਟਿਡ BM ਹੈ, ਫੋਰ ਐਗਜ਼ਾਮਪਲ ਤੁਸੀਂ ਪਹਿਲੇ ਵੀ ਡਾਟਾ ਆਪਣੇ BMs ਨੂੰ ਭੇਜਦੇ ਸੀਗੇ, ਜਦੋਂ ਸੈਪਟੰਬਰ ਦਾ ਪੈਸ ਹੋਇਆ, ਨਵੰਬਰ ਦਾ ਪੈਸ ਹੋਇਆ, ਜਿਹੜਾ ਤੁਹਾਡੇ ਸਕੂਲ ਤੋਂ ਪਹਿਲੇ ਰਿਜ਼ਲਟ ਲੈਂਦੇ ਸੀ BM ਸਾਥੀ ਸਾਡੇ, ਜਿਵੇਂ ਸਾਇੰਸ ਵਿਸ਼ੇ ਦੇ, ਇੰਗਲਿਸ਼ ਵਿਸ਼ੇ ਦੇ ਅਤੇ ਮੈਥ ਵਿਸ਼ੇ ਦੇ। ਹੁਣ ਸਾਡੇ ਵਿੱਚ ਹਿੰਦੀ ਔਰ ਪੰਜਾਬੀ ਦੇ BM ਸਾਥੀ ਵੀ ਆਏ ਹੈ, ਲੇਕਿਨ ਉਹਨਾਂ ਨੂੰ ਤੁਸੀਂ ਇਹ ਡਾਟਾ ਸੈਂਡ ਨਹੀਂ ਕਰਨਾ, ਕਿਉਂਕਿ ਉਹਨਾਂ ਨੂੰ ਅਸੀਂ ਵੈਸੇ ਬਲੌਕ ਉਹਨਾਂ ਨੂੰ ਦਿੱਤੇ ਹੈ ਸਕੂਲ ਵਾਈਜ਼, ਲੇਕਿਨ ਉਹਨਾਂ ਨੂੰ ਅਲਾਟ ਨਹੀਂ ਕੀਤਾ ਕੋਈ ਸਕੂਲ ਹਜੇ ਰਿਜ਼ਲਟ ਕਲੈਕਸ਼ਨ ਲਈ। ਜਦੋਂ ਉਹਨਾਂ ਨੂੰ ਕਰਾਂਗੇ ਉਸ ਤੋਂ ਬਾਅਦ ਤੁਸੀਂ ਭੇਜਣਾ। ਹਜੇ ਉਹਨਾਂ ਕੋਲ ਕੋਈ ਸਕੂਲ ਰਿਜ਼ਲਟ ਕਲੈਕਸ਼ਨ ਲਈ ਅਲਾਟ ਨਹੀਂ ਹੈ। ਤੁਸੀਂ ਜਿਹੜੇ ਆਪਣੇ BMs ਨੂੰ ਪਹਿਲੇ ਡਾਟਾ ਭੇਜਦੇ ਸੀ, ਜਿਵੇਂ ਸਾਇੰਸ, ਮੈਥ ਅਤੇ ਇੰਗਲਿਸ਼ ਵਾਲਿਆਂ ਨੂੰ, ਉਹਨਾਂ ਨੂੰ ਹੀ ਤੁਸੀਂ ਇਹ ਆਪਣਾ ਡਾਟਾ ਕੰਪਾਈਲ ਕਰਕੇ ਆਪਣੇ ਸਕੂਲ ਦਾ, ਆਪਣੇ BMs ਨੂੰ, ਅਲੋਟਿਡ ਸਕੂਲ ਦੇ BMs ਨੂੰ, ਜਿਵੇਂ ਇੱਕ BMs ਕੋਲ 8-8 ਜਾਂ 10-10 ਸਕੂਲ ਹੈਗੇ, ਤੁਸੀਂ ਉਹਨਾਂ ਨੂੰ ਇਹ ਡਾਟਾ ਕੰਪਾਈਲ ਕਰਕੇ ਆਪਣਾ ਡਾਟਾ ਭੇਜਣਾ ਹੈ, ਔਰ ਉਹ ਫਿਰ ਬਾਅਦ ਵਿੱਚ ਡਿਸਟ੍ਰਿਕਟ ਦੇ ਵਿੱਚ ਭੇਜਣਗੇ। ਉਸ ਤੋਂ ਬਾਅਦ ਸਾਡਾ ਰਿਜ਼ਲਟ ਇਹ ਬਣ ਕੇ ਤਿਆਰ ਹੋਏਗਾ। ਕੋਈ ਇਹਦੇ ਵਿੱਚ ਜਲਦਬਾਜ਼ੀ ਨਹੀਂ ਹੈ। ਤੁਹਾਨੂੰ ਅੱਜ ਇਹ ਸ਼ੀਟ ਸਾਰਿਆਂ ਨੂੰ ਅਸੀਂ ਗਰੁੱਪਾਂ ਦੇ ਵਿੱਚ ਸ਼ੇਅਰ ਕਰਤੀ ਹੈ, ਅਤੇ ਇਸ ਸ਼ੀਟ ਦੇ ਵਿੱਚ ਕਿਵੇਂ ਨੰਬਰ ਭਰਨੇ ਆ ਉਹ ਸਾਰੀ ਅਸੀਂ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਸ਼ੇਅਰ ਕਰ ਰਹੇ ਹਾਂ। ਤੁਸੀਂ ਆਰਾਮ ਨਾਲ ਇਹਨੂੰ ਨੰਬਰ ਆਪਣੇ ਭਰ ਕੇ ਇਹਨੂੰ ਆਪਣਾ ਕੋਲ ਸੇਵ ਰੱਖਣਾ ਹੈ। ਹਜੇ ਜਲਦਬਾਜ਼ੀ ਸੈਂਡ ਨਹੀਂ ਕਰਨਾ, ਕਿਉਂਕਿ ਇਹਦੇ ਵਿੱਚ ਅਸੀਂ ਸਿਰਫ 18 ਤਰੀਕ ਤੱਕ ਦੇ ਮਾਰਕਸ ਹੀ ਐਂਟਰ ਕੀਤੇ ਹੈ। ਜਿਹੜਾ 23 ਔਰ 24 ਨੂੰ 21 ਔਰ 24 ਨੂੰ ਪੇਪਰ ਹੋਣਾ, ਉਹਦੇ ਮਾਰਕਸ ਅਜੇ ਐਂਟਰ ਨਹੀਂ ਕੀਤੇ, ਅਤੇ ਉਹ ਮਾਰਕਸ ਜਦੋਂ ਐਂਟਰ ਹੋ ਜਾਣਗੇ ਉਸ ਤੋਂ ਬਾਅਦ ਤੁਸੀਂ 24 ਤੋਂ ਬਾਅਦ 2-3 ਦਿਨ ਦਾ ਸਮਾਂ ਹੋਰ ਤੁਹਾਨੂੰ ਦਿੱਤਾ ਜਾਏਗਾ ਮਾਰਕਸ ਐਂਟਰੀ ਲਈ। ਉਸ ਤੋਂ ਬਾਅਦ ਤੁਸੀਂ ਅਸੀਂ BMs ਨੂੰ ਤੁਸੀਂ ਇਹ ਰਿਪੋਰਟ ਆਪਣੀ ਜਿਹੜੀ ਰਿਜ਼ਲਟ ਦੀ ਹੈ ਸੈਂਡ ਕਰਨੀ ਹੈ, ਔਰ BMs ਫਿਰ ਉਹ ਰਿਪੋਰਟ ਆਪਣੇ ਬਲਾਕ ਇੰਚਾਰਜ ਨੂੰ ਸੈਂਡ ਕਰਕੇ ਡਿਸਟ੍ਰਿਕਟ ਦੇ ਵਿੱਚ ਕੰਪਾਈਲ ਕਰਨਗੇ। ਅਤੇ ਇਹ ਸ਼ੀਟ ਮੈਂ ਦੁਬਾਰਾ ਕਹਿ ਦੇਵਾਂ ਕਿ ਇਹ ਸ਼ੀਟ ਆਟੋਮੈਟਿਕ ਅਪਲੋਡ ਨਹੀਂ ਹੋਣੀ। ਤੁਸੀਂ ਸਿਰਫ ਸਿੰਪਲ ਐਕਸਲ ਸ਼ੀਟ ਹੈ, ਜਿਹਨੂੰ ਆਪਣੇ ਫ਼ੋਨ ਦੇ ਵਿੱਚ WPS ਐਪ ਜਾਂ ਗੂਗਲ ਸ਼ੀਟ ਰਾਹੀਂ ਤੁਸੀਂ ਖੋਲ੍ਹਣਾ ਔਰ ਉਹਦੇ ਵਿੱਚ ਨੰਬਰ ਐਡਿਟ ਕਰਨੇ ਹੈ। ਅਤੇ WPS ਐਪ ਸਾਰਿਆਂ ਦੇ ਫ਼ੋਨ ਦੇ ਵਿੱਚ ਡਾਊਨਲੋਡ ਹੋਣੀ ਹੈ। ਅਗਰ ਨਹੀਂ ਹੈ ਤਾਂ ਸਾਰੇ ਆਪਣੇ ਫ਼ੋਨ ਦੇ ਵਿੱਚ ਕਿਰਪਾ ਕਰਕੇ ਐਪ ਨੂੰ WPS ਪਲੇ ਸਟੋਰ 'ਤੇ ਜਾ ਕੇ, ਅਸੀਂ WPS ਐਪ ਦਾ ਮੈਂ ਲੋਗੋ ਵੀ ਦਿਖਾ ਦੇਣਾ, ਜਿੱਦਾਂ ਆਹ WPS ਐਪ ਦਾ ਤੁਹਾਡੇ ਲੋਗੋ ਸਾਹਮਣੇ ਨਜ਼ਰ ਆ ਰਿਹਾ, ਇਹ ਤੁਸੀਂ ਪਲੇ ਸਟੋਰ 'ਤੇ ਜਾ ਕੇ ਇੱਥੇ ਆਪਾਂ WPS ਲਿਖ ਕੇ ਇਹਨੂੰ ਆਪਾਂ ਐਂਟਰ ਕਰ ਦਈਏ। ਅਤੇ ਆਪਾਂ ਕਿਉਂਕਿ ਸਾਰੇ ਕੈਪੀਟਲ ਅੱਖਰ ਦੇ ਵਿੱਚ ਹੀ ਹੈ, ਮੈਂ ਵੈਸੇ ਨੈੱਟ ਬੰਦ ਕੀਤਾ ਹੋਇਆ, ਇਸ ਕਰਕੇ ਮੇਰੇ ਆਪਸ਼ਨ ਨਹੀਂ ਆ ਰਹੀ, ਕਿਉਂਕਿ ਵਿੱਚ ਫੋਨ ਆ ਰਹੇ ਸੀਗੇ। ਅਤੇ ਤੁਸੀਂ ਆਪਣੇ ਜਦੋਂ ਪਲੇ ਸਟੋਰ 'ਤੇ ਜਾ ਕੇ ਇੱਥੇ ਤੁਸੀਂ WPS ਭਰਨਾ ਹੈ, ਅਤੇ ਤੁਹਾਡੇ ਕੋਲ ਐਪ ਸ਼ੋ ਹੋ ਜਾਏਗੀ, ਜਿਹਦਾ ਇਹ ਆਈਕਨ ਹੋਏਗਾ WPS ਆਫਿਸ। ਤੁਸੀਂ ਇਹ ਡਾਊਨਲੋਡ ਆਪਣੇ ਫ਼ੋਨ ਦੇ ਵਿੱਚ ਕਰ ਲੈਣਾ, ਔਰ ਉਸ ਤੋਂ ਬਾਅਦ ਤੁਸੀਂ ਜਿਹੜਾ ਹੈ ਇਹਦੇ ਵਿੱਚ ਅਸੀਂ ਸ਼ੀਟ ਆਪਣੀ ਖੋਲ੍ਹਣੀ ਹੈ। ਅਤੇ ਹੁਣ ਆਪਾਂ ਸ਼ੀਟ ਬਾਰੇ ਗੱਲ ਕਰ ਰਹੇ ਹਾਂ ਕਿ ਸ਼ੀਟ ਕਿੱਦਾਂ ਖੋਲ੍ਹਣੀ ਹੈ। ਜਿੱਦਾਂ ਆਹ ਸਾਡੀ ਅਸੀਂ ਰੀਸੈਂਟਲੀ ਹੁਣ ਇੱਕ ਫਾਈਨਲ ਸ਼ੀਟ ਜਿਹੜੀ ਹੈ ਆਪਣੇ ਤੁਹਾਡੇ ਗਰੁੱਪਾਂ ਦੇ ਵਿੱਚ ਭੇਜੀ ਹੈ। ਥੋੜ੍ਹਾ ਸ਼ੀਟ ਦੇ ਵਿੱਚ ਚੇਂਜਿਸ ਆ ਰਹੀ ਸੀ ਕਾਫੀ, ਇਸ ਕਰਕੇ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਬਾਰ-ਬਾਰ ਸ਼ੀਟ ਚੇਂਜ ਹੋ ਰਹੀ ਸੀ। ਇੱਕ ਸ਼ੀਟ ਦੇ ਵਿੱਚ ਪਾਸਵਰਡ ਲੱਗਾ, ਪਾਸਵਰਡ ਵੀ ਤੁਹਾਨੂੰ ਇਸ ਵੀਡੀਓ ਦੇ ਦੌਰਾਨ ਹੀ ਅਸੀਂ ਦੱਸਾਂਗੇ ਕਿ ਤੁਸੀਂ ਕਿੱਦਾਂ ਪਾਸਵਰਡ ਲਗਾ ਕੇ ਆਪਣੀ ਸ਼ੀਟ ਨੂੰ ਓਪਨ ਕਰਨਾ ਹੈ। ਫੋਰ ਐਗਜ਼ਾਮਪਲ ਤੁਸੀਂ ਸਭ ਤੋਂ ਪਹਿਲੇ ਔਨਲਾਈਨ ਮਾਰਕਸ ਅਸੀਂ ਓਪਨ ਕਰਨੇ ਆਪਣੀ ਸ਼ੀਟ ਦੇ। ਜਿਸ ਤਰ੍ਹਾਂ ਆਹ ਦੇਖੋ ਜੀ, WPS ਐਪ ਦੇ ਵਿੱਚ ਆਪਸ਼ਨ ਆਉਂਦੀ, ਮੈਂ ਦੁਬਾਰਾ ਤੁਹਾਨੂੰ ਰਿਵਰਸ ਜਾ ਕੇ ਦੱਸ ਦੇਣਾ ਕਿੱਦਾਂ ਆਪਸ਼ਨ ਆਉਂਦੀ ਹੈ। ਆਹ ਦੇਖੋ, ਜਿੱਦਾਂ ਔਨਲਾਈਨ ਮਾਰਕਸ ਤੁਸੀਂ ਐਂਟਰ ਕਰੋਗੇ ਸ਼ੀਟ ਨੂੰ, ਅਤੇ ਇਹਦੇ ਵਿੱਚ ਆਪਸ਼ਨ ਆਉਂਦੀ ਕਿਹਦੇ ਰਾਹੀਂ ਖੋਲ੍ਹਣਾ ਚਾਹੁੰਦੇ ਹੋ। ਤੁਸੀਂ WPS ਐਪ ਰਾਹੀਂ ਇਹਨੂੰ ਖੋਲ੍ਹਣਾ, ਤਾਂ ਦੇਖੋ ਤੁਹਾਡੇ ਕੋਲ ਔਨਲਾਈਨ ਮਾਰਕਸ ਦੀ ਇਹ ਸ਼ੀਟ ਖੁੱਲ੍ਹ ਗਈ। ਜਿਹੜੇ ਵੀ ਸਾਡੇ ਪੇਪਰ 7, 9, 11, 15, 17, 18 ਤੱਕ ਹੋਏ ਹੈ, 23 ਔਰ 24 ਦੇ ਨੰਬਰ ਹਜੇ ਇਹਦੇ ਵਿੱਚ ਐਂਟਰ ਨਹੀਂ ਕੀਤੇ। ਉਹ ਜੋ ਸਾਡਾ ਪੇਪਰ ਹੋਏਗਾ ਉਸ ਤੋਂ ਬਾਅਦ ਤੁਹਾਨੂੰ ਇਹ ਮਾਰਕਸ ਭੇਜ ਵੀ ਦਿੱਤੇ ਜਾਣਗੇ, ਨਹੀਂ ਤਾਂ ਤੁਸੀਂ
ਜਿਹੜਾ ਲਾਈਵ ਅਪਡੇਟ ਪੇਜ ਤੁਹਾਡਾ ਰੋਜ਼ਾਨਾ ਸ਼ੇਅਰ ਹੁੰਦਾ, ਤੁਸੀਂ ਉਹਦੇ ਵਿੱਚੋਂ ਵੀ ਇਹ ਮਾਰਕਸ ਆਪਣੇ ਆਪਣੇ ਕੱਢ ਸਕਦੇ ਹੋ। ਤੇ ਦੇਖੋ ਸਭ ਤੋਂ ਉੱਪਰ ਜਿਸ ਤਰ੍ਹਾਂ ਨਾਲ ਇੱਥੇ 6ਵੀਂ 7ਵੀਂ ਤੇ 8ਵੀਂ, ਕਿਉਂਕਿ ਇਹ ਤਿੰਨੋਂ ਕਲਾਸਾਂ ਦੇ ਹੀ ਆਨਲਾਈਨ ਮਾਰਕਸ ਸੀਗੇ। 9ਵੀਂ ਤੋਂ 12ਵੀਂ ਕੋਈ ਆਨਲਾਈਨ ਟੈਸਟ ਨਹੀਂ ਹੋਇਆ, ਇਸ ਲਈ ਉਹਨਾਂ ਦੇ ਮਾਰਕਸ ਨਹੀਂ ਹੈ। ਹੁਣ ਫੋਰ ਐਗਜ਼ਾਮਪਲ ਤੁਹਾਡੇ ਕੋਲ ਇਹ ਸ਼ੀਟ ਆਨਲਾਈਨ ਮਾਰਕਸ ਦੀ ਹੈਗੀ ਆ, ਤੇ ਇਹਦੇ ਵਿੱਚ ਦੋ ਤਰੀਕੇ ਹੈ। ਜਾਂ ਤਾਂ ਤੁਸੀਂ ਇਹਨਾਂ ਸਾਰੇ ਨੰਬਰਸ ਨੂੰ ਆਪਣੀ ਕਾਪੀ 'ਤੇ ਨੋਟ ਕਰੋ ਇੱਕ ਜਗ੍ਹਾ, ਫਿਰ ਉਹਦੇ ਇੱਕ ਕਾਲਮ ਬਣਾਓ ਹੋਰ, ਜਿਹਦੇ ਵਿੱਚ ਲਿਖੋ ਆਫਲਾਈਨ ਮਾਰਕਸ, ਦੋਨਾਂ ਦੇ ਟੋਟਲ ਕਰਕੇ ਅਗਲੇ ਲਿਖ ਲਓ ਟੋਟਲ ਮਾਰਕਸ, ਅਤੇ ਉਹ ਟੋਟਲ ਮਾਰਕਸ ਨੂੰ ਤੁਸੀਂ ਜਿਹੜੀ ਦੂਸਰੀ ਸਾਡੀ ਸ਼ੀਟ ਹੈ ਐਮਟੀ ਸ਼ੀਟ ਉਹਦੇ ਵਿੱਚ ਐਂਟਰ ਕਰ ਦਿਓ। ਇੱਕ ਤਾਂ ਤਰੀਕਾ ਇਹ ਹੈ, ਲੇਕਿਨ ਉਹ ਟਾਈਮ ਕੰਜ਼ਿਊਮਿੰਗ ਹੈ। ਪਹਿਲੇ ਤੁਸੀਂ ਬੱਚਿਆਂ ਦਾ ਨਾਮ ਲਿਖੋਗੇ, ਫਿਰ ਤੁਸੀਂ ਆਨਲਾਈਨ ਮਾਰਕਸ ਉਤਾਰੋਗੇ, ਫਿਰ ਆਫਲਾਈਨ, ਫਿਰ ਉਸ ਤੋਂ ਬਾਅਦ ਤੁਸੀਂ ਟੋਟਲ ਕਰਨਾ ਹੈ। ਇਸ ਤੋਂ ਇਲਾਵਾ ਤੁਹਾਨੂੰ ਇੱਕ ਸੌਖਾ ਤਰੀਕਾ ਆਪਾਂ ਦੱਸਣਾ, ਜੇ ਤੁਹਾਡੇ ਫ਼ੋਨ 'ਤੇ ਹੀ ਹੋ ਜਾਣਾ ਹੈ। ਕਿੱਦਾਂ ਕਰਨਾ ਹੈ ਤੁਸੀਂ? ਫੋਰ ਐਗਜ਼ਾਮਪਲ ਤੁਸੀਂ ਮੈਥ ਦੇ ਨੰਬਰ ਆਫਲਾਈਨ ਐਡ ਕਰਨਾ ਚਾਹੁੰਦੇ ਹੋ, ਇਹਦੇ ਵਿੱਚ ਤੁਸੀਂ ਕਰਨਾ ਮੈਥ ਦੇ ਅਗਲੇ ਕਾਲਮ 'ਚ ਜਾਣਾ। ਜਿਵੇਂ ਮੈਥ ਵਾਲਾ ਕਾਲਮ ਦੇਖੋ ਸਭ ਤੋਂ ਉੱਪਰ ਲਿਖਿਆ ਆਈ, ਇਹ ਵਾਲਾ, ਅਸੀਂ ਆਈ 'ਤੇ ਨਹੀਂ ਜਾਣਾ, ਅਗਲੇ 'ਤੇ ਜਾਣਾ ਜੇ ਵਾਲੇ ਕਾਲਮ 'ਤੇ। ਜੇ ਵਾਲੇ ਕਾਲਮ 'ਤੇ ਜਾ ਕੇ ਪਹਿਲੇ ਅਸੀਂ ਇਹਨੂੰ ਕਰਨਾ ਹੈ ਐਡਿਟ। ਐਡਿਟ ਕਰਨ ਤੋਂ ਬਾਅਦ ਸਭ ਤੋਂ ਦੇਖੋ ਉੱਪਰ ਇੱਥੇ ਆਪਾਂ ਜਦੋਂ ਐਡਿਟ ਕਰ ਲਿਆ, ਉਸ ਤੋਂ ਬਾਅਦ ਫਿਰ ਦੁਬਾਰਾ ਇਸੀ ਜੇ ਕਾਲਮ 'ਤੇ ਜਿਸ ਕਾਲਮ ਦੇ ਵਿੱਚ ਐਡ ਕਰਨਾ ਉਸ ਤੋਂ ਅਗਲੇ ਕਾਲਮ ਸਿਲੈਕਟ ਕਰਨਾ। ਮੈਥ ਵਾਲੇ 'ਤੇ ਅਗਰ ਐਡ ਕरें ਤਾਂ ਮੈਥ ਵਾਲੇ 'ਚ ਨਹੀਂ ਜਾਣਾ, ਅਸੀਂ ਅਗਲੇ ਹਿੰਦੀ ਵਾਲੇ ਕਾਲਮ ਜਾ ਕੇ ਪਹਿਲੇ ਐਡਿਟ, ਉਸ ਤੋਂ ਬਾਅਦ ਆਪਸ਼ਨ ਸਾਡੀ ਹੈਗੀ ਇਨਸਰਟ ਕਾਲਮ, ਫਿਰ ਦੁਬਾਰਾ ਉੱਥੇ ਕਲਿੱਕ ਕਰਕੇ ਦੁਬਾਰਾ ਇਨਸਰਟ ਕਾਲਮ। ਆ ਦੇਖੋ ਦੋ ਕਾਲਮ ਅਸੀਂ ਮੈਥ ਦੇ ਅੱਗੇ ਇਨਸਰਟ ਕਰ ਲਏ। ਇਸੇ ਤਰ੍ਹਾਂ ਹਿੰਦੀ ਦੇ ਅੱਗੇ ਵੀ ਅਗਰ ਹਿੰਦੀ ਵਿੱਚ ਇਨਸਰਟ ਕਰਨੇ ਦੋ ਕਾਲਮ, ਤੇ ਹਿੰਦੀ ਵਾਲੇ ਕਾਲਮ 'ਚ ਨਹੀਂ ਜਾਣਾ, ਹਿੰਦੀ ਦੇ ਅਗਲੇ ਕਾਲਮ ਜਾਣਾ SST, ਇਹਦੇ ਵਿੱਚ ਵੀ ਇਨਸਰਟ ਕਾਲਮ, ਫਿਰ ਦੁਬਾਰਾ ਕਲਿੱਕ ਕਰਨਾ ਹੈ, ਇਹਦੇ ਵਿੱਚ ਵੀ ਇਨਸਰਟ ਕਾਲਮ। ਇਸੇ ਤਰ੍ਹਾਂ ਹਰ ਸਬਜੈਕਟ ਦੇ ਅੱਗੇ ਅਸੀਂ ਦੋ ਦੋ ਕਾਲਮ ਆਪਣੇ ਵੱਲੋਂ ਇਨਸਰਟ ਕਰ ਲੈਣੇ। SST ਵਿੱਚ ਵੀ ਪੰਜਾਬੀ, ਸਾਇੰਸ, ਇੰਗਲਿਸ਼, ਕੰਪਿਊਟਰ, ਫਿਜ਼ੀਕਲ ਐਜੂਕੇਸ਼ਨ, ਇਹ ਸਾਰਿਆਂ ਵਿੱਚ ਅਸੀਂ ਆਪਣੇ ਕਾਲਮ ਇਨਸਰਟ ਕਰ ਲੈਣੇ। ਜਿਹੜਾ ਫਿਜ਼ੀਕਲ ਐਜੂਕੇਸ਼ਨ ਦੇ ਬਾਅਦ ਟੋਟਲ ਦਾ ਖਾਨਾ ਆ ਰਿਹਾ, ਇਹਨੂੰ ਤੁਸੀਂ ਗ੍ਰੈਂਡ ਟੋਟਲ ਵੀ ਬਣਾ ਸਕਦੇ ਹੋ, ਸਾਰਿਆਂ ਦਾ ਟੋਟਲ। ਅਤੇ ਇਸ ਤਰ੍ਹਾਂ ਤੁਹਾਡਾ ਇੱਕ ਦੋ ਦੋ ਖਾਨੇ ਹਰ ਕਾਲਮ ਦੇ ਅੱਗੇ ਕ੍ਰੀਏਟ ਹੋ ਜਾਣੇ। ਹੁਣ ਇੱਥੇ ਅਸੀਂ ਜਿਹੜਾ ਮੈਥ ਦਾ ਅਗਲਾ ਕਾਲਮ ਹੈ, ਉੱਥੇ ਅਸੀਂ ਲਿਖਣ ਲੱਗੇ ਹਾਂ ਆਫਲਾਈਨ ਮਾਰਕਸ। ਲਓ ਜੀ, ਇਹਨੂੰ ਐਂਟਰ ਕਰਤਾ। ਇਸ ਤੋਂ ਬਾਅਦ ਆਪਾਂ ਅਸੀਂ ਤੇ ਲਿਖ ਦੇਣਾ ਟੋਟਲ। ਲਓ ਜੀ, ਇਹ ਟੋਟਲ ਮਾਰਕਸ ਹੋ ਗਿਆ। ਮਤਲਬ ਇਹ ਮੈਥ ਦੇ ਆਨਲਾਈਨ ਮਾਰਕਸ ਹੋ ਗਏ, ਇਹ ਆਫਲਾਈਨ ਮਾਰਕਸ ਹੋ ਗਏ, ਇਹਦਾ ਟੋਟਲ ਹੋ ਗਿਆ। ਹੁਣ ਜਿੱਦਾਂ ਇਹ ਪਹਿਲਾ ਬੱਚਾ ਜਿਹੜਾ ਹੈ, ਇਹ ਸਾਡਾ ਬਰਿਆਣੇ ਸਕੂਲ ਦਾ ਹੈ। ਫੋਰ ਐਗਜ਼ਾਮਪਲ ਇਹਦਾ ਨਾਮ ਹੈ ਗੁਰਸੇਵਕ ਸਿੰਘ ਢਿੱਲੋਂ, ਇਹਦੇ 19 ਨੰਬਰ ਮੈਥਮੈਟਿਕਸ 'ਚ ਹੈ। ਇਹਦੇ ਆਪਾਂ ਆਫਲਾਈਨ ਮਾਰਕਸ ਇੱਥੇ ਚੜਾ ਦਿੰਦੇ ਹਾਂ 47। ਆਪਣੇ ਵੱਲੋਂ ਐਗਜ਼ਾਮਪਲ ਹੈ, ਕੋਈ ਵੀ ਮਾਰਕਸ ਇਹਦੇ ਹੋ ਸਕਦੇ ਆ। ਅਤੇ ਅਗਲੇ ਦੇ ਸੀਗੇ 15, ਉੱਥੇ ਆਪਾਂ 25 ਕਰਤੇ, ਫਿਰ ਅਗਲੇ ਵਿੱਚ 65 ਕਰਤੇ, ਫਿਰ 47 ਕਰਤੇ, ਫਿਰ ਅਸੀਂ 59 ਕਰਤੇ। ਇਸ ਤਰ੍ਹਾਂ ਜੋ ਵੀ ਤੁਸੀਂ ਐਂਟਰੀ ਚੜਾਉਣਾ ਚਾਹੁੰਦੇ ਹੋ, ਅਸੀਂ ਐਗਜ਼ਾਮਪਲ ਦੇ ਤੌਰ 'ਤੇ ਆਪਣੀ ਐਂਟਰੀ ਕੀਤੀ ਹੈ। ਇਸੇ ਤਰ੍ਹਾਂ ਅੱਗੇ ਤੁਸੀਂ 25 ਕਰ ਲਓ, ਜੋ ਵੀ ਤੁਸੀਂ ਮਾਰਕਸ ਚੜਾਉਣਾ ਚਾਹੁੰਦੇ ਹੋ ਤਾਂ ਮਾਰਕਸ ਚੜਾ ਦਿਓ ਤੁਸੀਂ ਆਫਲਾਈਨ ਮਾਰਕਸ। ਹੁਣ ਅਸੀਂ ਚਾਹੁੰਦੇ ਹਾਂ ਕਿ ਇਹਦਾ ਟੋਟਲ ਸਾਡਾ ਅਗਲੇ ਖਾਨੇ 'ਚ ਹੋ ਜਾਏ ਦੋਨੋਂ ਕਾਲਮ ਦਾ, ਅਤੇ ਉਹਦੇ ਕਰਨ ਲਈ ਸੌਖਾ ਤਰੀਕਾ ਕਿਆ ਹੈ? ਅਸੀਂ ਜਿਹੜਾ ਪਹਿਲਾ ਸੀਗਾ 19, ਜਿੱਥੇ ਪਹਿਲੇ ਬੱਚੇ ਦੇ ਮਾਰਕਸ ਸੀਗੇ ਆਨਲਾਈਨ, ਉੱਥੇ ਕਲਿੱਕ ਕਰਕੇ ਇਹਨੂੰ ਹੌਲੀ ਜਿਹੀ ਡਰੈਗ ਕਰਨਾ ਹੈ ਪੂਰਾ ਥੱਲੇ ਤੱਕ, ਜਿੱਥੇ ਤੱਕ ਤੁਸੀਂ ਟੋਟਲ ਦੇ ਖਾਲੇ ਨੂੰ ਸਿਲੈਕਟ ਕਰਨਾ ਹੈ, ਜਿੱਥੇ ਤੱਕ ਅਸੀਂ ਟੋਟਲ ਕਰਨਾ ਹੈ। ਜਿੱਦਾਂ ਅਸੀਂ 26 ਦੇ ਕੇ 24 ਲਿਖਿਆ ਹੈ, ਅਤੇ ਅਸੀਂ ਇਸ ਖਾਨੇ ਨੂੰ ਪੂਰੇ ਟੋਟਲ ਤੱਕ ਸਿਲੈਕਟ ਕਰ ਲੈਣਾ। ਮੈਂ ਦੁਬਾਰਾ ਤੁਹਾਨੂੰ ਸਿਲੈਕਟ ਕਰਕੇ ਦੱਸਦਾ। 19 'ਤੇ ਜਾਣਾ, ਇਹਨੂੰ ਇੱਕ ਪਾਸੇ ਤੋਂ ਡਰੈਗ ਕਰਕੇ ਪੂਰਾ ਟੋਟਲ ਤੱਕ ਤੁਸੀਂ ਸਿਲੈਕਟ ਕਰ ਲੈਣਾ। ਸਿਲੈਕਟ ਕਰਕੇ ਇੱਥੇ ਲੈਫਟ ਸਾਈਡ 'ਤੇ ਦੇਖੋ ਜਿੱਥੇ 19 ਲਿਖਿਆ ਥੱਲੇ ਇੱਕ ਚੌਰਸ ਦਾ ਨਿਸ਼ਾਨ ਆ ਰਿਹਾ ਬਾਕਸ ਦਾ, ਇਹਨੂੰ ਬਾਕਸ ਨੂੰ ਕਲਿੱਕ ਕਰੋ। ਇੱਥੇ ਆਊਗਾ ਹੋਮ, ਫਾਈਲ, ਵਿਊ, ਇਨਸਰਟ ਅਤੇ ਡਾਟਾ। ਤੁਸੀਂ ਡਾਟਾ ਵਾਲੇ ਖਾਨੇ 'ਚ ਜਾ ਕੇ ਇੱਥੇ ਆਊਗਾ ਫਿਲਟਰ, ਅਸੈਂਡਿੰਗ, ਡਿਸੈਂਡਿੰਗ, ਆਟੋ ਸਮ, ਤੁਸੀਂ ਆਟੋ ਸਮ ਦੇ ਖਾਨੇ 'ਚ ਕਲਿੱਕ ਕਰਨਾ ਹੈ। ਆਟੋ ਸਮ ਦੇ ਖਾਨੇ 'ਚ ਕਲਿੱਕ ਕਰਕੇ ਸਭ ਤੋਂ ਉੱਪਰ ਆਉਂਦਾ ਆਟੋ ਸਮ, ਆਟੋ ਸਮ ਨੂੰ ਕਲਿੱਕ ਕਰਨਾ, ਐਵਰੇਜ ਨੂੰ ਕਲਿੱਕ ਨਹੀਂ ਕਰਨਾ। ਆਟੋ ਸਮ ਨੂੰ ਕਲਿੱਕ, ਜਿਹੜਾ ਸਮ ਆ ਰਿਹਾ ਸਭ ਤੋਂ ਉੱਪਰ, ਇਹਨੂੰ ਕਲਿੱਕ ਕਰਨਾ। ਆਹ ਦੇਖੋ ਜੀ, ਦੋਨੋਂ ਕਾਲਮ ਦਾ ਸਮ ਇੱਥੇ ਤੀਸਰੇ ਕਾਲਮ 'ਚ ਹੋ ਗਿਆ। ਬੜਾ ਈਜ਼ੀ ਹੈ। ਤੁਸੀਂ ਇਹੀ ਕੰਮ ਅਗਰ ਕਾਪੀ 'ਤੇ ਕਰਦੇ ਤੁਹਾਨੂੰ ਕਿੰਨੀ ਦੇਰ ਲੱਗਣੀ ਸੀ? ਪਹਿਲੇ ਤੁਸੀਂ ਨਾਮ ਲਿਖਦੇ, ਆਨਲਾਈਨ ਮਾਰਕਸ, ਆਫਲਾਈਨ, ਫਿਰ ਟੋਟਲ ਕਰ, ਇਹਦਾ ਤੁਹਾਡੇ ਨਾਲੋਂ ਨਾਲ ਤੁਹਾਡਾ ਟੋਟਲ ਹੋ ਜਾਣਾ। ਸਿਰਫ ਤੁਸੀਂ ਆਫਲਾਈਨ ਮਾਰਕਸ ਐਂਟਰ ਕਰਨੇ, ਸਿਲੈਕਟ ਕਰਕੇ ਤੁਸੀਂ ਟੋਟਲ ਕਰ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਹਿੰਦੀ ਦੇ ਹੈ, ਫੋਰ ਐਗਜ਼ਾਮਪਲ ਇਹ ਖਾਨਾ ਇਹਦਾ ਆਫਲਾਈਨ ਮਾਰਕਸ ਦਾ ਹੈ, ਇਹਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਸਿਲੈਕਟ ਕਰਕੇ ਐਡਿਟ ਕਰਨਾ। 1 2 3 ਨੂੰ ਸਿਲੈਕਟ ਕਰ ਲਓ, ਇੱਥੇ ਵੀ ਜਿੱਦਾਂ ਮਰਜ਼ੀ 25 23 28, ਅਸੀਂ 59, ਉਸ ਤੋਂ ਬਾਅਦ ਆਪਾਂ 68, ਜੋ ਮਰਜ਼ੀ ਨੰਬਰ ਅਸੀਂ ਭਰ ਦਈਏ, ਐਗਜ਼ਾਮਪਲ ਦੇ ਤੌਰ 'ਤੇ ਅਸੀਂ ਲੈ ਰਹੇ। ਹੁਣ ਇਹਦਾ ਟੋਟਲ ਕਰਨਾ ਚਾਹੁੰਦੇ ਹਾਂ, ਅਸੀਂ ਉਹੀ 11 ਵਾਲੇ ਖਾਨੇ ਤੋਂ ਸਿਲੈਕਟ ਕਰਕੇ ਹੌਲੀ ਜਿਹੀ ਡਰੈਗ ਕਰਕੇ ਇੱਥੇ ਤੱਕ ਸਿਲੈਕਟ ਕਰਨਾ। ਫਿਰ ਉਹੀ ਬਾਕਸ ਦੇ ਨਿਸ਼ਾਨ 'ਚ ਜਾ ਕੇ
ਡਾਟਾ 'ਚ ਜਾ ਕੇ ਆਪਾਂ ਆਟੋ ਸਮ 'ਚ ਉਸ ਤੋਂ ਬਾਅਦ ਸਮ ਕਰ ਦੇਣਾ। ਆ ਦੇਖੋ ਜੀ ਸਾਡੇ ਦੋਨੋਂ ਕਾਲਮ ਦਾ ਪਲੱਸ ਇੱਥੇ ਵੀ ਆ ਗਿਆ। ਜਿਹੜਾ ਬੱਚਾ ਐਬਸੈਂਟ ਸੀਗਾ ਉਹਦੇ ਮਾਰਕਸ ਨਹੀਂ, ਐਬਸੈਂਟ 'ਤੇ ਕੋਈ ਮਾਰਕਸ ਲਗਾਏ, ਉਹਦੇ ਆਫਲਾਈਨ ਦੇ ਮਾਰਕਸ ਹੀ ਟੋਟਲ 23 ਲਗਾ ਦਿੱਤੇ। ਇਸ ਤਰ੍ਹਾਂ ਤੁਸੀਂ ਸਾਰੀ ਸ਼ੀਟ ਦੇ ਵਿੱਚ ਆਪਣੇ 2 ਕਾਲਮ ਕ੍ਰੀਏਟ ਕਰਕੇ ਆਫਲਾਈਨ ਮਾਰਕਸ ਦੀ ਐਂਟਰੀ ਕਰਕੇ ਟੋਟਲ ਉਹਦਾ ਭਰ ਸਕਦੇ ਹੋ। ਹੁਣ ਮੰਨ ਲਓ ਇਸ ਮਾਰਕਸ ਨੂੰ ਜਿਹੜੇ ਇਹ ਆਨਲਾਈਨ ਸ਼ੀਟ ਦੇ ਵਿੱਚ ਜੋ ਵੀ ਚੇਂਜ ਕੀਤੀ ਹੈ, ਇਹ ਕਿਉਂਕਿ ਸਿੰਪਲ ਐਕਸਲ ਸ਼ੀਟ ਹੈ, ਇਹ ਕੋਈ ਗੂਗਲ ਸ਼ੀਟ ਨਹੀਂ ਹੈ ਕਿ ਤੁਸੀਂ ਬੋਲੋ ਕਿ ਇਹ ਜਿਹੜੇ ਸਾਨੂੰ ਕੰਪਿਊਟਰ ਟੀਮ ਨੇ ਭੇਜੀ ਉਹਨਾਂ ਦੀ ਸ਼ੀਟ ਵਿੱਚ ਕੋਈ ਚੇਂਜਸ ਆ ਜਾਏਗੀ। ਨਹੀਂ, ਇਹ ਸਿੰਪਲ ਇੱਕ ਐਕਸਲ ਸ਼ੀਟ ਹੈ ਜਿਹਦੇ ਵਿੱਚ ਅਸੀਂ ਜੋ ਮਰਜ਼ੀ ਐਡੀਸ਼ਨ ਆਪਣੀ ਮਤਲਬ ਕਰ ਸਕਦੇ ਹਾਂ। ਲੇਕਿਨ ਜਦੋਂ ਅਸੀਂ ਡਿਸਟ੍ਰਿਕਟ ਵਿੱਚ ਕੰਪਾਈਲ ਕਰਾਂਗੇ ਉੱਥੇ ਕੋਈ ਅਗਰ ਗਲਤ ਤੁਸੀਂ ਚੇਂਜ ਕੀਤੀ ਹੈ ਤਾਂ ਉਹ ਪਤਾ ਲੱਗ ਜਾਏਗਾ ਕਿ ਇੱਥੇ ਤੁਸੀਂ ਕੋਈ ਚੇਂਜ ਕੀਤੀ ਹੈ। ਤੇ ਤੁਸੀਂ ਇਹ ਚੀਜ਼ ਕੋਈ ਵੀ ਤੁਸੀਂ ਕਰ ਸਕਦੇ ਹੋ, ਖਾਣਾ ਕ੍ਰੀਏਟ ਕਰ ਸਕਦੇ ਹੋ, ਆਪਣਾ ਟੋਟਲ ਦਾ ਖਾਣਾ ਬਣਾ ਸਕਦੇ ਹੋ, ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਹੁਣ ਅਸੀਂ ਮੈਥ ਦੇ ਇਹ ਟੋਟਲ ਮਾਰਕਸ, ਕਿਉਂਕਿ ਸਾਨੂੰ ਬਾਕੀ ਤਾਂ ਚਾਹੀਦੇ ਨਹੀਂ, ਅਸੀਂ ਟੋਟਲ ਮਾਰਕਸ ਇੱਥੋਂ ਸਿਲੈਕਟ ਕਰਦੇ ਹਾਂ। ਫੋਰ ਐਗਜ਼ਾਮਪਲ ਸਾਡਾ ਗੁਰਸੇਵਕ ਤੋਂ ਲੈ ਕੇ ਹਰਪ੍ਰੀਤ ਕੌਰ ਤੱਕ ਦੇ ਮਾਰਕਸ ਹੈ। ਅਸੀਂ ਨਾ ਸਾਰਿਆਂ ਨੂੰ ਥੱਲੇ ਤੱਕ ਇੱਦਾਂ ਲੈ ਕੇ ਸਿਲੈਕਟ ਕਰਕੇ ਅਸੀਂ ਦੇਖੋ ਇੱਥੇ ਐਡਿਟ ਕਾਪੀ ਪੇਸਟ ਅਸੀਂ ਕਾਪੀ ਕਰਨਾ। ਲਓ ਜੀ, ਅਸੀਂ ਇਸ ਖਾਨੇ ਨੂੰ ਕਾਪੀ ਕਰ ਲਿਆ, ਟੋਟਲ ਵਾਲੇ ਖਾਨੇ ਨੂੰ ਜਿਹੜਾ ਗੌਰਮੈਂਟ ਹਾਈ ਸਕੂਲ ਬਰਿਆਣਾ ਦਾ ਸੀਗਾ। ਆ ਦੇਖ ਲਓ, ਤੇ ਇਹਦੇ ਆਪਾਂ ਇਹ ਮਾਰਕਸ ਕਾਪੀ ਕਰ ਲਏ। ਕਾਪੀ ਕਰਕੇ ਜਦੋਂ ਬੈਕ ਜਾਵਾਂਗੇ ਇਹ ਬੋਲੇਗਾ ਤੁਸੀਂ ਡਾਟੇ ਨੂੰ ਸੇਵ ਕਰਨਾ ਚਾਹੁੰਦੇ ਹੋ, ਤੇ ਯੈਸ, ਕਿਉਂਕਿ ਅਸੀਂ ਜੋ ਚੇਂਜਸ ਕੀਤੇ ਉਹਨੂੰ ਸੇਵ ਹੀ ਕਰਨਾ ਹੈ, ਅਸੀਂ ਉਹਨੂੰ ਸੇਵ ਕਰ ਦਾਂਗੇ। ਇਹ ਸੇਵ ਕਰਨ ਲਈ ਹਾਰਡਲੀ 5-10 ਸੈਕਿੰਡ ਲੈਂਦਾ। ਸੇਵ ਹੋਣ ਤੋਂ ਬਾਅਦ ਸਭ ਤੋਂ ਉੱਪਰ ਜਿਹੜੀ ਤੁਹਾਡੀ, ਕਿਉਂਕਿ ਮੇਰੇ ਕੋਲ ਆਲਰੇਡੀ ਇਹ ਸੇਵ ਸੀਗਾ, ਅਗਰ ਤੁਹਾਡੇ ਕੋਲ ਸੇਵ ਨਹੀਂ ਹੈ ਤਾਂ ਉਹ ਪੁੱਛੂਗਾ ਤੁਸੀਂ ਕਿੱਥੇ ਸੇਵ ਕਰਨਾ ਹੈ, ਤੁਸੀਂ ਉਹ ਨਾਮ ਦੇ ਦੇਣਾ ਉਹਨੂੰ, ਜੋ ਵੀ ਤੁਸੀਂ ਨਾਮ ਦੇ ਕੇ ਸੇਵ ਕਰਨਾ ਚਾਹੁੰਦੇ ਹੋ। ਜਿੱਦਾਂ ਇਹ ਫਸਟ ਸ਼ੀਟ ਨੂੰ ਮੈਂ ਸੇਵ ਕੀਤਾ ਸੀ, ਤੇ ਦੇਖੋ ਸਾਡੇ ਸਾਰੇ ਜਿਹੜੇ ਸੇਵ ਦੇ ਮਾਰਕਸ ਉਹ ਸਾਡੇ ਉੱਪਰ ਹੀ ਦੇ ਆ ਗਏ। ਇਸ ਤਰ੍ਹਾਂ ਹੁਣ ਅਸੀਂ ਇਹ ਜਿਹੜਾ ਕਾਪੀ ਹੈ ਦੁਬਾਰਾ ਵੀ ਭਾਵੇਂ ਇਹਨੂੰ ਕਾਪੀ ਕਰ ਲਓ ਜਾਂ ਜੋ ਕਾਪੀ ਪਹਿਲੇ ਕੀਤਾ ਸੀ ਉਹ ਉੱਦਾਂ ਹੀ ਰਹੂਗਾ। ਹੁਣ ਤੁਸੀਂ ਵਾਪਸ ਬੈਕ ਜਾਣਾ, ਬੈਕ ਜਾ ਕੇ ਅਸੀਂ ਦੁਬਾਰਾ ਆਪਣੀ ਉਸੀ ਜਿਹੜੇ ਬਲੌਗ ਦੇ ਵਿੱਚ ਤੁਸੀਂ ਸੈਂਡ ਕੀਤੀ ਸੀ ਜਾਂ ਤੁਹਾਡੇ ਕੋਲ ਜਿੱਥੇ ਵੀ ਸ਼ੀਟ ਪਈ ਹੈ, ਜਿੱਦਾਂ ਮੇਰੀ ਇੱਥੇ ਪਈ ਹੈ ਮਾਰਕਸ ਐਂਟਰੀ ਫॉर ਦਸੰਬਰ ਟੈਸਟ ਨੂੰ, ਆਪਾਂ ਇਸ ਸ਼ੀਟ ਨੂੰ ਕਲਿੱਕ ਕਰਨਾ। ਇਸ ਸ਼ੀਟ ਨੂੰ ਕਲਿੱਕ ਕਰਨ ਤੋਂ ਬਾਅਦ ਅਸੀਂ ਧਿਆਨ ਨਾਲ ਦੇਖਣਾ, ਤੁਸੀਂ ਇਸੇ ਸ਼ੀਟ ਨੂੰ ਕਲਿੱਕ ਕਰਨਾ। ਇਸ ਤੋਂ ਪਹਿਲੇ ਜਿਹੜੀਆਂ ਸ਼ੀਟਾਂ ਭੇਜੀਆਂ ਸੀ, ਜਿਹੜੀ ਇਹ ਸ਼ੀਟ ਹੈ ਇਹਨੂੰ ਕਲਿੱਕ ਕਰਨਾ, ਕਿਉਂਕਿ ਇਸ ਤੋਂ ਪਹਿਲੇ ਅਸੀਂ ਹੋਰ ਵੀ ਸ਼ੀਟ ਭੇਜੀ ਸੀ ਆਪਣੇ ਗਰੁੱਪ ਦੇ ਵਿੱਚ ਪਹਿਲੇ, ਤੇ ਜਿੱਦਾਂ ਆਹ ਮਾਰਕਸ ਐਂਟਰੀ ਦੀ ਇਹ ਤੁਸੀਂ ਕਲਿੱਕ ਨਹੀਂ ਕਰਨੀ। ਉਹਦਾ ਰੀਜ਼ਨ ਇਹ ਕਿ ਇਸ ਸ਼ੀਟ ਦੇ ਵਿੱਚ ਪਾਸਵਰਡ ਕੋਈ ਹੋਰ ਲੱਗਾ ਸੀ, ਲੇਕਿਨ ਇੱਥੇ ਜੋ ਅਸੀਂ ਹੁਣ ਵੀਡੀਓ ਦੇ ਦੌਰਾਨ ਦੱਸ ਰਹੇ ਹਾਂ ਉਹ ਇਹ ਵਾਲੀ ਸ਼ੀਟ ਹੈ ਜਿਹੜੀ ਤੁਹਾਡੇ ਰਿਸਪੈਕਟਿਡ BM ਸਾਥੀਆਂ ਨੇ ਤੁਹਾਡੇ ਨਾਲ ਦੁਬਾਰਾ ਸ਼ੇਅਰ ਕੀਤੀ ਹੋਣੀ ਸ਼ੀਟ ਇੱਕ ਦੁਬਾਰਾ। ਉਸ ਸ਼ੀਟ ਨੂੰ ਤੁਸੀਂ ਖੋਲ੍ਹਣਾ WPS ਐਪ ਦੇ ਵਿੱਚ ਹੀ। ਇਹਨੂੰ ਖੋਲ ਕੇ ਸ਼ੀਟ ਨੂੰ ਆਟੋਮੈਟਿਕ ਫਿਲਟਰ ਲੱਗਾ, ਦੇਖੋ ਸਾਰਿਆਂ ਉੱਪਰ ਨਿਸ਼ਾਨ ਬਣਿਆ ਔਰ ਉੱਪਰ ਆਈਕਨ ਬਣੇ ਹੋਏ ਆ 6ਵੀਂ 7ਵੀਂ 8ਵੀਂ 9ਵੀਂ 10ਵੀਂ 11ਵੀਂ ਤੇ 12ਵੀਂ। ਤੁਸੀਂ ਜਿਸ ਵੀ ਸ਼ੀਟ ਨੂੰ ਕਲਿੱਕ ਕਰਨਾ, ਫੋਰ ਐਗਜ਼ਾਮਪਲ 6ਵੀਂ ਨੂੰ ਕਲਿੱਕ ਕਰ ਰਹੇ ਹਾਂ ਤੇ ਸਾਡੀ 6ਵੀਂ ਦੀ ਸ਼ੀਟ ਖੁੱਲ੍ਹ ਜਾਏਗੀ। ਆ ਦੇਖੋ 6ਵੀਂ ਕਲਾਸ। 7ਵੀਂ ਨੂੰ ਕਲਿੱਕ ਕਰ ਰਹੇ ਹਾਂ, ਸਾਡੀ 7ਵੀਂ ਦੀ ਸ਼ੀਟ ਖੁੱਲ੍ਹ ਜਾਏਗੀ। 8ਵੀਂ ਨੂੰ ਕਲਿੱਕ ਕਰ ਰਹੇ ਹਾਂ, ਸਾਡੇ ਕੋਲ 8ਵੀਂ ਦੀ। ਇਸੇ ਤਰ੍ਹਾਂ 9ਵੀਂ 10ਵੀਂ 11ਵੀਂ 12ਵੀਂ ਦੀ ਸ਼ੀਟ ਸਾਡੀ ਓਪਨ ਹੋ ਜਾਏਗੀ। ਤੁਸੀਂ ਪਲੀਜ਼ ਸਾਰਿਆਂ ਨੇ ਇੱਕੋ ਹੀ ਸ਼ੀਟ ਰੱਖਣੀ ਹੈ, ਇੱਦਾਂ ਨਹੀਂ ਕਰਨਾ ਕਿ 6ਵੀਂ ਸ਼ੀਟ ਨੂੰ ਵੱਖਰਾ ਕਰ ਲਿਆ 7ਵੀਂ ਨੂੰ ਵੱਖਰਾ ਕਰ ਲਿਆ। ਇੱਦਾਂ ਹੀ ਤੁਸੀਂ ਆਪਣੇ BM ਸਾਥੀਆਂ ਨੂੰ ਭੇਜਣੀ ਹੈ। ਹੁਣ ਇਹਦੇ ਵਿੱਚ ਮਾਰਕਸ ਕਿੱਦਾਂ ਐਂਟਰ ਕਰਨੇ, ਫੋਰ ਐਗਜ਼ਾਮਪਲ ਇੱਥੇ ਤਾਂ ਗੌਰਮੈਂਟ ਹਾਈ ਸਕੂਲ ਬਰਿਆਣਾ ਉੱਪਰ ਹੀ ਆ ਰਿਹਾ। ਅਗਰ ਕਿਸੇ ਦਾ ਸਕੂਲ ਕਿਤੇ ਵਿੱਚ ਹੋਵੇ ਸ਼ੀਟ 'ਚ ਤਾਂ ਇਸ ਸ਼ੀਟ ਨੂੰ ਫਿਲਟਰ ਲਗਾਉਣਾ ਹੈ। ਉਹ ਕਿੱਦਾਂ ਲਗਾਉਣਾ ਹੈ, ਸਭ ਤੋਂ ਪਹਿਲੇ ਅਸੀਂ ਐਜੂਕੇਸ਼ਨ ਬਲੌਕ 'ਤੇ ਇਹ ਜਿਹੜਾ ਨਿਸ਼ਾਨ ਆ ਰਿਹਾ ਇਹਨੂੰ ਕਲਿੱਕ ਕਰਨਾ, ਕਿਉਂਕਿ ਗੌਰਮੈਂਟ ਹਾਈ ਸਕੂਲ ਬਰਿਆਣਾ ਭੁੰਗਾ 1 'ਚ ਹੈ। ਅਸੀਂ ਭੁੰਗਾ 1 ਬਲੌਕ ਨੂੰ ਕਲਿੱਕ ਕਰਕੇ ਉੱਪਰ ਡਨ ਦਾ ਨਿਸ਼ਾਨ ਆਉਂਦਾ, ਇਹਨੂੰ ਡਨ ਕਰ ਦੇਣਾ। ਲਓ ਜੀ, ਜਿਸ ਟਾਈਮ ਇਹ ਨਿਸ਼ਾਨ ਸਾਡਾ ਬਣ ਗਿਆ, ਜਿਵੇਂ ਫਿਲਟਰ ਦਾ ਜਾਂ ਕੁੱਪੀ ਟਾਈਪ ਨਿਸ਼ਾਨ ਬਣਦਾ, ਇਹਦਾ ਮਤਲਬ ਸਾਡੀ ਸ਼ੀਟ ਨੂੰ ਫਿਲਟਰ ਲੱਗ ਗਿਆ। ਹੁਣ ਤੁਸੀਂ ਦੇਖ ਵੀ ਸਕਦੇ ਹੋ ਕਿ ਸ਼ੀਟ ਦੇ ਵਿੱਚ ਸਾਰੇ ਜਿਹੜੇ ਸਕੂਲ ਹੈ ਉਹ ਭੁੰਗਾ 1 ਬਲੌਕ ਦੇ ਹੀ ਹੋਣਗੇ। ਆ ਦੇਖ ਲਓ, ਚੈੱਕ ਕਰ ਲਓ, ਬਾਕੀ ਹੋਰ ਕੋਈ ਨਹੀਂ ਹੋਏਗਾ। ਲਓ ਜੀ, ਇਸੇ ਤਰ੍ਹਾਂ ਪਹਿਲੇ ਅਸੀਂ ਬਲੌਕ ਨੂੰ ਫਿਲਟਰ ਲਗਾਇਆ, ਬਲੌਕ ਤੋਂ ਬਾਅਦ ਫਿਰ ਅਸੀਂ ਆਪਣੇ ਸਕੂਲ ਨੇਮ 'ਤੇ ਫਿਲਟਰ ਲਗਾਉਣਾ ਹੈ। ਦੇਖੋ ਭੁੰਗਾ 1 ਦੇ ਕਈ ਸਕੂਲ ਸ਼ੋ ਹੋ ਰਹੇ, ਅਸੀਂ ਗੌਰਮੈਂਟ ਹਾਈ ਸਕੂਲ ਬਰਿਆਣਾ ਉੱਪਰ ਹੀ ਹੈ, ਇਹਨੂੰ ਕਲਿੱਕ ਕਰ ਦੇਣਾ। ਕਲਿੱਕ ਕਰਕੇ ਇਹਨੂੰ ਵੀ ਉਸੇ ਤਰ੍ਹਾਂ ਡਨ ਕਰਨਾ। ਇਹ ਸਾਡੇ ਕੋਲ ਦੇਖੋ ਭੁੰਗਾ 1 ਬਲੌਕ ਦੀ ਜਿਹੜੀ ਸ਼ੀਟ ਸਾਡੇ ਕੋਲ ਸੀਗੀ, ਇਹ ਸਾਡੇ ਕੋਲ 8ਵੀਂ ਕਲਾਸ ਦੀ ਖੁੱਲ੍ਹ ਗਈ, ਲੇਕਿਨ ਅਸੀਂ ਕਾਪੀ ਕੀਤੇ ਸੀਗੇ 6ਵੀਂ ਕਲਾਸ ਦੇ। ਅਸੀਂ 6ਵੀਂ ਕਲਾਸ ਦੇ ਵਿੱਚ ਦੁਬਾਰਾ ਜਾਂਦੇ ਹਾਂ, ਉਹ 8ਵੀਂ ਸ਼ੀਟ ਖੋਲ ਰਹੇ ਸੀ, ਇਸ ਕਰਕੇ 8ਵੀਂ ਦੀ ਸ਼ੀਟ 'ਤੇ ਫਿਲਟਰ ਲਗਾ ਦਿੱਤਾ। ਅਸੀਂ ਇੱਥੇ ਜਾਂਦੇ ਹਾਂ ਐਜੂਕੇਸ਼ਨ ਬਲੌਕ, ਪਹਿਲੇ 6ਵੀਂ ਦੀ ਸ਼ੀਟ 'ਤੇ ਸਿਲੈਕਟ ਕਰਨਾ ਭੁੰਗਾ 1, ਫਿਰ ਦੁਬਾਰਾ ਡਨ। ਇਸ ਤੋਂ ਬਾਅਦ ਅਸੀਂ ਸਕੂਲ ਨੇਮ 'ਤੇ ਗਏ ਗੌਰਮੈਂਟ ਹਾਈ ਸਕੂਲ ਬਰਿਆਣਾ, ਡਨ। ਆ ਦੇਖੋ ਜੀ, ਗੌਰਮੈਂਟ ਹਾਈ ਸਕੂਲ ਬਰਿਆਣਾ ਸਾਡੇ ਕੋਲ ਸੈਪਰੇਟ ਹੋ ਗਿਆ ਹੈ। 8ਵੀਂ ਸ਼ੀਟ 'ਤੇ ਜਿੱਦਾਂ ਪਹਿਲੇ ਫਿਲਟਰ ਲਾਇਆ ਸੀ ਉਹ ਵੀ ਇਸੇ ਤਰ੍ਹਾਂ ਸੈਪਰੇਟ ਹੋ ਗਿਆ, 6ਵੀਂ ਦੀ ਸ਼ੀਟ 'ਤੇ ਵੀ ਇਸੇ ਤਰ੍ਹਾਂ ਸੈਪਰੇਟ ਹੋ ਗਿਆ, ਅਤੇ 7ਵੀਂ 'ਤੇ ਵੀ ਇਸੇ ਤਰ੍ਹਾਂ ਸੈਪਰੇਟ ਤੁਸੀਂ ਕਰ ਸਕਦੇ ਹੋ। ਇਸ ਤੋਂ ਬਾਅਦ ਮੰਨ ਲਓ ਕਿ ਇਸ ਸਕੂਲ ਦੇ ਵਿੱਚ ਤਾਂ ਬੱਚੇ ਹੀ ਸਾਡੇ ਥੋੜ੍ਹੇ ਸੀਗੇ,
ਸਾਡੇ ਕੋਲ ਸਿਰਫ ਹਾਰਡਲੀ ਇਹਦੇ ਵਿੱਚ ਬੱਚੇ ਸਾਡੇ ਕੋਲ 7-8 ਹੈ। ਅਤੇ ਅਗਰ ਸਾਡੇ ਕੋਲ ਕਿਸੇ ਸਕੂਲ ਦੇ ਵਿੱਚ ਇੱਕ ਤੋਂ ਜ਼ਿਆਦਾ ਸੈਕਸ਼ਨ ਹੋਣ ਔਰ ਕੋਈ ਕਲਾਸ ਇੰਚਾਰਜ ਆਪਣਾ ਸੈਕਸ਼ਨ ਵਾਈਜ਼ ਐਂਟਰ ਕਰਨਾ ਚਾਹੁੰਦਾ ਡਾਟਾ, ਤਾਂ ਆਪਾਂ ਸੈਕਸ਼ਨ 'ਤੇ ਵੀ ਫਿਲਟਰ ਲਗਾ ਸਕਦੇ ਹਾਂ। ਸੈਕਸ਼ਨ 'ਤੇ ਕਲਿੱਕ ਕਰਨਾ, ਇੱਥੇ A B ਜੋ ਵੀ 2 ਸੈਕਸ਼ਨ ਹੋਣਗੇ ਉਹ ਆ ਜਾਏਗਾ। ਇਹਦੇ ਵਿੱਚ ਕਿਉਂਕਿ ਸੈਕਸ਼ਨ ਹੀ ਇਕੱਲਾ A ਹੀ ਹੈ, ਇਸ ਲਈ ਇਕੱਲਾ A ਸੈਕਸ਼ਨ ਆ ਰਿਹਾ। ਅਤੇ ਤੁਸੀਂ ਇੱਥੇ ਫਿਲਟਰ ਲਗਾਉਣ ਦੀ ਲੋੜ ਨਹੀਂ। ਅਗਰ 2 ਸੈਕਸ਼ਨ ਹੁੰਦੇ ਤੁਸੀਂ ਚਾਹੇ B 'ਤੇ ਲਗਾ ਲਓ ਤਾਂ B ਸੈਕਸ਼ਨ ਆ ਜਾਏਗਾ, C 'ਤੇ ਲਗਾਉਣਾ ਚਾਹੁੰਦੇ ਹੋ ਤਾਂ C ਸੈਕਸ਼ਨ ਆ ਜਾਏਗਾ। ਇਸੇ ਤਰ੍ਹਾਂ ਸਾਡੇ ਕੋਲ ਮੈਥ, ਹਿੰਦੀ, ਐਸੇ ਸਾਰੇ ਕਾਲਮ ਇੱਥੇ ਬਣੇ ਹੋਏ ਆ। ਜਿਹੜੇ ਅਸੀਂ ਮੈਥ ਦੇ ਮਾਰਕਸ ਕਾਪੀ ਕੀਤੇ ਸੀ ਉਹ ਅਸੀਂ ਇੱਥੇ ਐਂਟਰ ਕਰਨੇ। ਅਸੀਂ ਸਭ ਤੋਂ ਪਹਿਲੇ ਕਾਲਮ 'ਤੇ ਕਲਿੱਕ ਕਰਨਾ, ਗੁਰਸੇਵਕ ਸਿੰਘ ਢਿੱਲੋਂ ਜਿਹੜਾ ਪਹਿਲਾ ਬੱਚਾ ਸੀਗਾ, ਉੱਥੇ ਕਲਿੱਕ ਕਰਕੇ ਅਸੀਂ ਇੱਥੇ ਐਡਿਟ ਕਾਪੀ ਪੇਸਟ 'ਤੇ ਕਲਿੱਕ ਕਰਨਾ ਹੈ। ਪੇਸਟ ਦੇਖੋ, ਜਦੋਂ ਅਸੀਂ ਪੇਸਟ 'ਤੇ ਕਲਿੱਕ ਕਰਾਂਗੇ ਇਸ ਸ਼ੀਟ ਨੂੰ ਪਾਸਵਰਡ ਲੱਗਾ, ਇਹ ਤੁਹਾਡੇ ਕੋਲੋਂ ਪਾਸਵਰਡ ਮੰਗੇਗਾ ਅਨਪ੍ਰੋਟੈਕਟ ਕਰਨ ਲਈ, ਮਤਲਬ ਇਸ ਸ਼ੀਟ ਨੂੰ ਖੋਲ੍ਹਣ ਲਈ। ਤੁਸੀਂ ਇਹਨੂੰ ਓਕੇ ਕਰਨਾ। ਓਕੇ ਕਰਕੇ ਅਤੇ ਪਾਸਵਰਡ ਕੀ ਭਰਨਾ ਹੈ ਜਰਾ ਇਹ ਧਿਆਨ ਨਾਲ ਪਲੀਜ਼ ਸੁਣ ਲੈਣਾ। ਸਮੋਲ ਅੱਖਰ ਦੇ ਵਿੱਚ ਅਸੀਂ ਸਾਰੇ ਲੈਟਰ ਪਾਣੇ ਆ, ਸਮੋਲ A, ਸਮੋਲ A, ਸਮੋਲ B, ਸਮੋਲ B, ਸਮੋਲ C, ਸਮੋਲ C, ਸਮੋਲ D, ਸਮੋਲ D, ਅਤੇ ਇਹਨੂੰ ਅਸੀਂ ਓਕੇ ਕਰ ਦੇਣਾ। ਅਸੀਂ ਦੁਬਾਰਾ ਪਾਸਵਰਡ ਦੁਬਾਰਾ ਭਰ ਕੇ ਦੇਖਦੇ ਕਿੱਦਾਂ ਬਣਦਾ। ਸਮੋਲ A, ਸਮੋਲ A, ਸਮੋਲ B, ਸਮੋਲ B, ਸਮੋਲ C, ਸਮੋਲ C, ਸਮੋਲ D, ਸਮੋਲ D, ਓਕੇ। ਲਓ ਜੀ, ਇਹ ਸਾਡੀ ਸ਼ੀਟ ਅਨਪ੍ਰੋਟੈਕਟ ਹੋ ਗਈ ਪਾਸਵਰਡ ਲਗਾਉਣ ਤੋਂ ਬਾਅਦ। ਹੁਣ ਅਸੀਂ ਇਸੇ ਕਾਲਮ 'ਤੇ ਕਲਿੱਕ ਕਰਕੇ ਅਸੀਂ ਦੁਬਾਰਾ ਜਦੋਂ ਪੇਸਟ ਕਰਾਂਗੇ, ਦੇਖੋ ਸਾਡਾ ਸਾਰਾ ਡਾਟਾ ਪੇਸਟ ਹੋ ਗਿਆ। ਇਸੇ ਤਰ੍ਹਾਂ ਅਸੀਂ ਹਿੰਦੀ ਦੇ ਮਾਰਕਸ ਵੀ ਕਰ ਸਕਦੇ ਹਾਂ। ਅਸੀਂ ਇੱਥੇ ਜਿਹੜਾ ਥੱਲੇ ਹੁੰਦਾ ਬੈਕ ਬਟਨ 'ਤੇ ਜਾ ਕੇ ਜਿਹੜੀ ਸਾਡੀ WPA ਦੀ ਸ਼ੀਟ ਸੀਗੀ, ਉੱਥੇ ਆਪਾਂ ਆਪਣੀ ਪਹਿਲੀ ਸ਼ੀਟ ਜਿਹੜੀ ਔਨਲਾਈਨ ਮਾਰਕਸ ਦੀ ਜਿੱਥੇ ਆਪਾਂ ਸੇਵ ਕੀਤਾ ਸੀ, ਹੁਣੇ ਹੀ ਡਾਟਾ ਦੇਖੋ ਅਸੀਂ ਹਿੰਦੀ ਦੇ ਮਾਰਕਸ ਵੀ ਤੇ ਟੋਟਲ ਕੀਤੇ ਸੀਗੇ। ਆਹ ਵਾਲੇ ਹਿੰਦੀ ਦੇ 5 ਬੱਚਿਆਂ ਦੇ, ਇਹਨੂੰ ਵੀ ਇਸੇ ਤਰ੍ਹਾਂ ਕਾਪੀ ਕਰਨਾ ਹੈ। ਕਾਪੀ ਕਰਕੇ ਜਿਹੜੀ ਸਾਡੀ ਸਾਈਡ 'ਤੇ ਬਟਨ ਹੁੰਦਾ, ਜੇ ਸਾਰੀ ਜਿੰਨੀ ਵੀ ਸ਼ੀਟਾਂ ਖੁੱਲ੍ਹੀਆਂ ਹੁੰਦੀਆਂ ਉਹ ਸਾਰੀਆਂ ਉੱਤੇ ਆ ਜਾਂਦੀਆਂ। ਆਹ ਸ਼ੀਟ ਅਸੀਂ ਖੋਲ੍ਹੀ ਹੋਈ ਸੀ, ਇੱਥੇ ਜਾ ਕੇ ਅਸੀਂ ਹਿੰਦੀ ਵਾਲੇ ਖਾਨੇ 'ਤੇ ਕਲਿੱਕ ਕਰਨਾ, ਇੱਥੇ ਵੀ ਅਸੀਂ ਪੇਸਟ ਕਰ ਦੇਣਾ। ਇੱਕ ਵਾਰ ਅਨਪ੍ਰੋਟੈਕਟ ਕਰਨ ਦੀ ਲੋੜ ਹੈ, ਮੁੜ ਕੇ ਤੋਂ ਬਾਰ-ਬਾਰ ਪਾਸਵਰਡ ਨਹੀਂ ਲਾਉਣਾ। ਇੱਕ ਵਾਰੀ ਤੁਸੀਂ ਅਨਪ੍ਰੋਟੈਕਟ ਕਰਨਾ ਅਤੇ ਤੁਹਾਡਾ ਜਿਹੜਾ ਸ਼ੀਟ ਹੈ ਉਹਦੇ ਵਿੱਚ ਮਾਰਕਸ ਐਡਿਟ ਹੋਣੇ ਸ਼ੁਰੂ ਹੋ ਜਾਣਗੇ ਔਰ ਕਾਪੀ ਪੇਸਟ ਵੀ ਹੋ ਜਾਏਗਾ। ਇਸੇ ਤਰ੍ਹਾਂ ਤੁਹਾਡੇ ਮੈਥ ਔਰ ਹਿੰਦੀ ਦੇ ਮਾਰਕਸ ਐਂਟਰ ਹੋ ਗਏ। ਇਸੇ ਤਰ੍ਹਾਂ ਤੁਸੀਂ SST, ਪੰਜਾਬੀ, ਇੰਗਲਿਸ਼, ਕੰਪਿਊਟਰ ਸਾਰੇ ਮਾਰਕਸ ਇਸੇ ਤਰ੍ਹਾਂ ਸੇਵ ਕਰ ਲੈਣੇ। ਅਤੇ ਮੇਰੀ ਸਾਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਸਾਰੇ ਸਬਜੈਕਟ ਟੀਚਰ ਆਪਣੇ ਆਪਣੇ ਮਾਰਕਸ ਇਸੇ ਤਰ੍ਹਾਂ ਜਿਹੜੀ ਇਹ ਵਾਲੀ ਸ਼ੀਟ ਅਸੀਂ ਦੱਸੀ ਸੀ ਔਨਲਾਈਨ ਵਾਲੀ, ਆਪਣੇ ਆਪਣੇ ਮਾਰਕਸ ਇਹਦੇ ਵਿੱਚ 2-2 ਖਾਨੇ ਕ੍ਰੀਏਟ ਕਰਕੇ ਆਪਣੇ ਆਪਣੇ ਮਾਰਕਸ ਟੋਟਲ ਕਰਕੇ ਇੱਕ ਕਲਾਸ ਇੰਚਾਰਜ ਨੂੰ ਜਾਂ ਜੋ ਵੀ ਤੁਹਾਡੇ ਸਕੂਲ ਦੇ ਵਿੱਚ ਜਿੱਦਾਂ ਵੀ ਸਿਸਟਮ ਹੈ, ਇੱਕ ਟੀਚਰ ਕੋਲ ਕੰਪਾਈਲ ਕਰ ਲਓ। ਇੱਕ ਕਲਾਸ ਦਾ ਡਾਟਾ ਇੱਕ ਟੀਚਰ ਕੰਪਾਈਲ ਜਦੋਂ ਕਰ ਲਏਗਾ ਤਾਂ ਈਜ਼ੀਲੀ ਸ਼ੀਟ ਜਿਹੜੀ ਹੈ ਇੱਕ ਸ਼ੀਟ ਦੇ ਵਿੱਚ ਸਾਰਾ ਡਾਟਾ ਕੰਪਾਈਲ ਹੋ ਸਕਦਾ ਹੈ, ਕਿਉਂਕਿ ਹਰ ਟੀਚਰ ਆਪਣਾ ਆਪਣਾ ਤਾਂ ਟੋਟਲ ਕਰ ਲਏਗਾ। ਲੇਕਿਨ ਜਦੋਂ ਉਸਨੂੰ ਤੁਸੀਂ ਮੇਨ ਸ਼ੀਟ ਦੇ ਵਿੱਚ ਭਰਨਾ ਹੈ, ਇਸ ਸ਼ੀਟ ਦੇ ਵਿੱਚ ਜਿਹੜੀ ਆਹ ਵਾਲੀ ਸ਼ੀਟ ਹੈ, ਤਾਂ ਉਹਦੇ ਵਿੱਚ ਇੱਕ ਟੀਚਰ ਨੇ ਕੰਪਾਈਲ ਕਰਕੇ ਸਾਰੇ ਨੰਬਰ ਇਹਦੇ ਵਿੱਚ ਭਰਨੇ ਹੈ ਔਰ ਉਸ ਤੋਂ ਬਾਅਦ ਉਹਦੀ ਟੋਟਲ ਵੀ ਨਿਕਲ ਜਾਏਗਾ, ਸਭ ਕੁਝ ਉਹਦੀ ਸਾਰੀ ਐਵਰੇਜ ਇਹਦੇ ਵਿੱਚ ਆ ਜਾਏਗੀ। ਇਸ ਤਰ੍ਹਾਂ ਅਸੀਂ ਆਹ ਦੇਖੋ ਇਸ ਸ਼ੀਟ ਨੂੰ ਆਲਰੇਡੀ ਫਾਰਮੂਲਾ ਵੀ ਲੱਗਾ ਹੈ। ਜੋ ਤੁਸੀਂ ਇੱਥੇ 2 ਨੰਬਰ ਭਰੇ ਦੇਖੋ ਮੈਥ ਔਰ ਹਿੰਦੀ ਦੇ, ਅਤੇ ਤੁਹਾਡੇ ਕੋਲ ਇੱਥੇ ਟੋਟਲ ਵੀ ਆਪਣੇ ਆਪ ਹੁੰਦਾ ਗਿਆ ਕਿੰਨਾ ਟੋਟਲ ਹੋ ਗਿਆ। ਅਤੇ ਕਿਉਂਕਿ ਸ਼ੀਟ ਨੂੰ ਆਲਰੇਡੀ ਫਾਰਮੂਲਾ ਲੱਗਾ ਇੱਥੇ ਇਸ ਸ਼ੀਟ ਨੂੰ, ਅਤੇ ਤੁਸੀਂ ਇੱਥੇ ਕੋਈ ਖਾਨਾ ਕ੍ਰੀਏਟ ਨਹੀਂ ਕਰਨਾ ਆਪਣੇ ਵੱਲੋਂ। ਸਿਰਫ ਖਾਨਾ ਤੁਸੀਂ ਇਸ ਸ਼ੀਟ ਦੇ ਵਿੱਚ ਮੈਂ ਤੁਹਾਨੂੰ ਕ੍ਰੀਏਟ ਕਰਨ ਨੂੰ ਬੋਲਿਆ ਸੀ, ਜਿਹੜਾ ਆਹ ਸਾਡੀ ਔਨਲਾਈਨ ਮਾਰਕਸ ਦੀ ਐਂਟਰੀ ਹੈ, ਸਿਰਫ ਇਹਦੇ ਵਿੱਚ ਹੀ ਤੁਸੀਂ ਆਪਣੇ ਕਾਲਮ ਕ੍ਰੀਏਟ ਕਰਕੇ ਆਪਣੀ ਸਹੂਲਤ ਲਈ ਇਹ ਕਰ ਸਕਦੇ ਹੋ ਟੋਟਲ। ਬਾਕੀ ਜਿਹੜੀ ਆਹ ਵਾਲੀ ਸ਼ੀਟ ਹੈ ਜਿਹੜੀ ਮੇਨ ਹੈ ਮਾਰਕਸ ਐਂਟਰੀ ਦੀ, ਇਹਦੇ ਵਿੱਚ ਤੁਸੀਂ ਕੋਈ ਵੀ ਕਾਲਮ ਜਾਂ ਕੋਈ ਵੀ ਰੋ ਆਪਣੇ ਵੱਲੋਂ ਕ੍ਰੀਏਟ ਨਹੀਂ ਕਰਨੀ। ਤੁਸੀਂ ਇਹਦੇ ਉੱਪਰ ਇੱਦਾਂ ਹੀ ਮਾਰਕਸ ਸਿਰਫ ਕਾਪੀ ਪੇਸਟ ਹੀ ਕਰਨੇ ਆ, ਪਿਛਲੀ ਸ਼ੀਟ ਦੇ ਵਿੱਚ ਲਿਖ ਕੇ ਕਾਪੀ ਕਰਕੇ ਇੱਥੇ ਆ ਕੇ ਪੇਸਟ ਕਰਨਾ। ਆਪਣੇ ਆਪ ਇੱਥੇ ਫਾਰਮੂਲਾ ਲੱਗਾ ਹੈ ਸ਼ੀਟ 'ਤੇ, ਨਹੀਂ ਟੋਟਲ ਮਾਰਕਸ ਤੁਹਾਡੇ ਕਰੀ ਜਾਣੇ, ਐਂਡ ਦੇ ਵਿੱਚ ਪਰਸੈਂਟੇਜ ਨਿਕਲ ਜਾਏਗੀ। ਅਤੇ ਇਸ ਤਰ੍ਹਾਂ ਤੁਸੀਂ ਆਪ ਬੜਾ ਈਜ਼ੀਲੀ ਆਪਣਾ ਡਾਟਾ ਜਿਹੜਾ ਹੈ ਉਹ ਇਸ ਸ਼ੀਟ ਦੇ ਵਿੱਚ ਸੇਵ ਕਰ ਸਕਦੇ ਹੋ। ਅਤੇ ਇਹਨੂੰ ਜੋ ਤੁਸੀਂ ਬੈਕ ਬਟਨ 'ਤੇ ਜਾਓਗੇ, ਇਹ ਫਿਰ ਦੁਬਾਰਾ ਤੁਹਾਡੇ ਕੋਲ ਕੈਂਸਲ, ਡਿਸਕਾਰਡ ਔਰ ਸੇਵ ਦੀ ਆਪਸ਼ਨ ਮੰਗੇਗਾ। ਤੁਸੀਂ ਯਾਦ ਰੱਖਣਾ ਕਦੇ ਵੀ ਡਿਸਕਾਰਡ ਨਹੀਂ ਕਰਨਾ ਜਾਂ ਕੈਂਸਲ, ਤੁਸੀਂ ਸੇਵ ਦੇ ਬਟਨ 'ਤੇ ਕਲਿੱਕ ਕਰਨਾ। ਇਹਦਾ ਮਤਲਬ ਕਿਆ ਹੈ ਕਿ ਜੋ ਤੁਸੀਂ ਡਾਟਾ ਭਰਿਆ ਉਹ ਸੇਵ ਹੋ ਗਿਆ। ਇਹ ਸੇਵ ਕਿਤੇ ਕੰਪਿਊਟਰ 'ਤੇ ਨਹੀਂ ਹੋਇਆ, ਇਹ ਸੇਵ ਤੁਹਾਡੇ ਫ਼ੋਨ 'ਤੇ ਹੋਇਆ। ਜਿਵੇਂ ਤੁਸੀਂ ਦੇਖੋ ਅਸੀਂ ਆਪਣੇ ਫ਼ੋਨ ਦੇ ਵਿੱਚ ਖੋਲ੍ਹ ਕੇ ਦੇਖ ਲੈਂਦੇ ਹਾਂ, ਸਾਡੀ ਔਨਲਾਈਨ ਮਾਰਕਸ ਦੀ ਸ਼ੀਟ ਹੈ। ਇਸੇ ਤਰ੍ਹਾਂ ਆਪਾਂ ਜਿਹੜੀ ਇਹ ਜਿੱਥੇ ਮਾਰਕਸ ਐਡਿਟ ਕੀਤੇ ਸੀ ਉਹ ਵਾਲੀ ਸ਼ੀਟ ਆ ਗਈ, ਆ ਦੇਖੋ ਜਿੱਥੇ ਟੋਟਲ ਵੀ ਆ ਗਿਆ, ਤਾਂ ਬਾਕੀ ਜਗ੍ਹਾ 0-0 ਇੱਥੇ ਟੋਟਲ ਆ ਗਏ, ਕਿਉਂਕਿ ਆਪਾਂ ਇੰਨੇ ਬੱਚਿਆਂ ਦੇ ਭਰੇ ਸੀ ਉਨੇ ਬੱਚਿਆਂ ਟੋਟਲ ਜਿਹੜਾ ਹੈ ਇੱਥੇ ਆ ਗਿਆ। ਇਸ ਤਰ੍ਹਾਂ ਸਾਡੀ ਜਿਹੜੀ ਸ਼ੀਟ ਹੈ ਜਿਹੜਾ ਫਿਲਟਰ ਲੱਗਾ ਉਹ ਵੀ ਵਾਪਸ ਉੱਦਾਂ ਹੀ ਆ ਗਈ ਜਿਵੇਂ ਜਿੰਨੀ ਸ਼ੀਟ ਨੂੰ ਫਿਲਟਰ ਲਾਇਆ ਸੀ ਵੀ 6ਵੀਂ ਕਲਾਸ। ਇਸੇ ਤਰ੍ਹਾਂ ਆਪਾਂ ਐਂਟਰੀ 7ਵੀਂ 'ਚ ਕਰਨੀ ਹੈ, ਇਸੇ ਤਰ੍ਹਾਂ 8ਵੀਂ 'ਚ ਐਂਟਰੀ ਕਰਨੀ ਹੈ, ਅਤੇ 9ਵੀਂ ਦੇ ਵਿੱਚ
तो सिंपल ऑफलाइन मार्क्स ही है, ये सानू ऑनलाइन का कोई पंगा नहीं। सिंपल अपने मार्क्स इत्थे एंटर करते रहो तो एंड दे विच जाके उसका टोटल अपने आप इत्थे हो जाएगा। कोई तुहानू बखरे तौर पर इत्थे करन दी लोड़ नहीं, जिद्दां जिद्दां तुसीं मार्क्स भरते जाओगे वो अगला टोटल अपने आप उत्थे क्रिएट होंदा रहना है। 9वीं 10वीं 11वीं 12वीं 6वीं तो 8वीं क्योंकि ऑनलाइन मार्क्स है, इसलिए सानू उत्थे आह वाला काम करना पैंदा है कि पहले सानू ऑफलाइन के मार्क्स इत्थे जिहड़े है ऑफलाइन के मार्क्स एंटर करके, जिमें साड़ी ये वाली शीट सी ऑनलाइन मार्क्स की, आ देखो जिस तरह ये सानू खाना क्रिएट करना पिया। आ साडे कोल दूसरी शीट खुल गई, आ सी आ देखो जिस तरह असी ये खाना क्रिएट किया सीगा, 2 खाने इदा हर सब्जैक्ट के मोहरे क्रिएट करके तुसी अपनी ही शीट एक बना सकते हो और अपने कंप्यूटर से सेव कर सकते हो। तो मैं फिर दोबारा बेनती कर देना कि ये शीट ऑटोमैटिक अपडेट नहीं है कि तुसी बोलो कि तुसी इत्थे एंटर करते मार्क्स तो अपने आप कंप्यूटर के सेव हो जाने, नहीं। ये सिंपल एक्सल शीट है जिहड़ी तुहाडे फोन च सेव होएगी और इन्हूं तुसी एक जगह कंपाइल करके, चाहे तुसी थ्रू क्लास इंचार्ज कंपाइल कर लो, चाहे जिद्दां भी स्कूल दे विच तुहाडे जो भी सिस्टम है, इनू कंपाइल करके तुसी अपने अलॉटेड स्कूल के BMs नूं भेजनी है, जो कि साइंस मैथ और इंग्लिश विषय के ऑलरेडी तुहाडे कोलों डाटा लैंदे है, उन्होंने भेजनी है। शीटां नूं बखरे बखरे नहीं करना। जिवें आ साडी इक्को ही शीट है मार्क्स एंट्री, देख लो मैं दोबारा दस देना। आ देखो उपर लिखा 6वीं 7वीं 8वीं 9वीं 10वीं 11वीं, इनू बखरा बखरा नहीं करना कि 6वीं शीट नूं बखरा तोड़ लिया 7वीं नूं बखरा, इनू इक्को ही शीट तुसी रहन देना। इहदे विच जिद्दां जिद्दां है उद्दां एंट्री तुसी एक थां ते इकट्ठी कर लेनी है। पासवर्ड जिवें तुहानूं दसता, जिथे भी तुहाडे कोल पासवर्ड मंगदी है शीट, उहदा पासवर्ड तुहानूं ग्रुपां दे विच असीं लिख के भी भेज दांगे। बाकी तुहाडे कोल जिहड़ी शीट है उहदे विच मैं पासवर्ड भर के भी दस्सिआ है, स्मॉल ए स्मॉल बी स्मॉल सी तो स्मॉल डी। लेकिन कृपा करके इसे ही शीट दे विच एंट्री करियो जिहड़ी तुहानूं लेटेस्ट भेजी है आ वाली, क्योंकि पिछली शीट का पासवर्ड होर सी, ये जी लेटेस्ट तुहानूं शीट भेजी है ये तुसीं एंटर करने। तो असीं आस करते हैं कि ये काम हुण साडा जिहड़ा आसानी नाल हो जाएगा। तो जिहड़ा तुहानूं इन्नी परेशानी हुई मार्क्स एंट्री कर लो, असीं सारे खमा दे याचक हाँ और असीं आस करते हैं कि गांह तुहाडा काम जिहड़ा है बड़ा ईजीली ही और आराम नाल काम हो जाएगा। बेस्ट ऑफ लक टू ऑल टीचर्स एंड थैंक यू।